ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸੁੰਜੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ। ਪਾਹੇ ਬੁਲੰਦੀ ਬਿਜਵੀ ਤੂੰ ਨਾਨਕ ਸਿਓ ਕਾਏ। ਸੁਣੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ। ਪਾਏ ਬੁਲੰਦੀ ਬਿਜਵੀ ਤੂੰ ਨਾਨਕ ਸਿਓ ਕਾਏ। ਪੰਚੇ ਰੁੰਨੇ ਦੁੱਖ ਭਰੇ ਬਿਨਸੇ ਦੂਜੈ ਪਾਏ। ਮੂੜੇ ਰਾਮ ਜਪੋ ਗੁਣ ਸਾਰ ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ। ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰ ਲੱਗ। ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ। ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦੇ ਠੱਗ। ਮੋਈ ਪ੍ਰੀਤ ਪਿਆਰ ਗਿਆ ਮੋਆ ਬੈਰ ਵਿਰੋਧ। ਧੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ। ਕਰਮ ਮਿਲੇ ਸੱਚ ਪਾਈਐ ਗੁਰਮੁਖ ਸਦਾ ਨਿਰੋਧ। ਸੱਚੀ ਕਾਰ ਸੱਚ ਮਿਲੈ ਗੁਰਮਤਿ ਪੱਲੇ ਪਾਏ। ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ। ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ। ਜੋ ਨਰ ਜੰਮੈ ਨਾ ਮਰੈ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਏ। ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ। ਸੁੰਜੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਾਹਰ ਪੀਰ ਜਗਤ ਗੁਰ ਬਾਬਾ ਸਿੱਖਾਂ ਦੇ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਆਪ ਸੰਗਤਾਂ ਕਥਾ ਵਿਚਾਰ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਕੁਝ ਤਾੜਨਾ ਕਰਕੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਮੂੜੇ ਰਾਮ ਜਪੋ ਗੁਣ ਸਾਰ, ਹਉਮੈ ਮਮਤਾ ਮੋਹਣੀ, ਸਭ ਮੁੱਠੀ ਅਹੰਕਾਰ। ਰਹਾਉ ਮੂੜੇ ਦਾ ਅਰਥ ਹੈ ਮੂਰਖ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਮਨੁੱਖ ਨੂੰ ਮੂੜੇ ਸ਼ਬਦ ਦੁਆਰਾ ਸੰਬੋਧਨ ਕੀਤਾ ਹੈ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ ਵਿਰਲਾ ਪਾਏ ਕੋਏ। ਜਿਹੜਾ ਕੰਮ ਜ਼ਰੂਰੀ ਕਰਨ ਵਾਲਾ ਹੈ ਉਹ ਅਸੀਂ ਕਰਦੇ ਨਹੀਂ, ਤੇ ਜਿਹੜਾ ਕੰਮ ਸਾਡੇ ਕਿਸੇ ਕੰਮ ਆਉਣ ਵਾਲਾ ਨਹੀਂ ਉਸ ਦੇ ਅੰਦਰ ਦਿਨ ਰਾਤ ਅਸੀਂ ਲੱਗੇ ਹੋਏ ਹਾਂ। ਕੰਮ ਕਰਨ ਵਾਲਾ ਕਿਹੜਾ ਹੈ? ਹਜ਼ੂਰ ਸਾਨੂੰ ਇਹ ਗੱਲ ਸਮਝਾਉਂਦੇ ਹਨ, ਮੂੜੇ ਰਾਮ ਜਪੋ ਗੁਣ ਸਾਰ। ਐ ਮੂਰਖਾ, ਤੇਰੇ ਕਰਨ ਵਾਲਾ ਕੰਮ ਤਾਂ ਆਹੀ ਹੈ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਤੂੰ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੇ ਅਤੇ ਇਸ ਦੇ ਨਾਲ ਨਾਲ ਗੁਣ ਸਾਰ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਵੀ ਸੰਭਾਲ, ਕਿਉਂਕਿ ਗੁਰਮਤਿ ਦੇ ਅੰਦਰ ਨਾਮ ਤੇ ਕੀਰਤਨ ਨੂੰ ਕਲਯੁਗ ਦੇ ਪ੍ਰਧਾਨ ਸਾਧਨ ਪ੍ਰਵਾਨਿਆ ਗਿਆ ਹੈ। ਨਾਮ ਅਸੀਂ ਇਕੱਲੇ ਵੀ ਜਪ ਸਕਦੇ ਹਾਂ ਤੇ ਇਕੱਠੇ ਹੋ ਕੇ ਵੀ ਜਪ ਸਕਦੇ ਹਾਂ, ਪਰ ਜਿੱਥੋਂ ਤੱਕ ਕੀਰਤਨ ਦਾ ਸਵਾਲ ਹੈ, ਕੀਰਤਨ ਰਲ ਕੇ ਹੀ ਕਰ ਸਕਦੇ ਹਾਂ। ਨਾਮ ਜਾਤੀ ਸਾਧਨ ਹੈ, ਕੀਰਤਨ ਜਮਾਤੀ ਸਾਧਨ ਹੈ। ਇਕੱਲਿਆਂ ਨੂੰ ਸਤਿਗੁਰੂ ਦਾ ਹੁਕਮ ਹੈ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦੇ ਰਹੋ। ਜਦੋਂ ਸੰਗਤ ਵਿੱਚ ਬੈਠੀਏ ਤਾਂ ਉਸ ਵੇਲੇ ਗੁਰਬਾਣੀ, ਕੀਰਤਨ, ਕਥਾ, ਵਾਹਿਗੁਰੂ ਦੇ ਗੁਣਾਂ ਦੀ ਸੰਭਾਲ ਕਰੋ। ਇਹ ਕੰਮ ਸਾਡੇ ਜ਼ਰੂਰੀ ਕਰਨ ਵਾਲਾ ਹੈ। ਇੱਕ ਥਾਂ ਤੇ ਪੰਜਵੇਂ ਗੁਰਦੇਵ ਜੀ ਨੇ ਵੀ ਸਾਨੂੰ ਇਹੀ ਸਿੱਖਿਆ ਬਖਸ਼ੀ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਜ਼ੂਰ ਕਹਿੰਦੇ ਨੇ, ਮੂਰਖਾ, ਤੇਰੇ ਕਰਨ ਵਾਲਾ ਅਸਲੀ ਕੰਮ ਇਹ ਹੈ, ਮੂੜੇ ਰਾਮ ਜਪੋ। ਤੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਅਤੇ ਨਾਲ ਹੀ ਗੁਣ ਸਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਵੀ ਸੰਭਾਲ। ਨਾਮ ਵੀ ਜਪ ਤੇ ਕੀਰਤਨ ਵੀ ਕਰ, ਬਾਣੀ ਵੀ ਪੜ੍ਹ, ਕਥਾ ਵੀ ਕਰ। ਇਹ ਸਤਿਗੁਰੂ ਦਾ ਉਪਦੇਸ਼ ਹੈ। ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ। ਹਜ਼ੂਰ ਕਹਿੰਦੇ ਦੂਸਰੇ ਪਾਸੇ ਜਿਹੜੀ ਹਉਮੈ ਹੈ ਤੇ ਮਮਤਾ, ਜਿਹੜੀ ਮਾਇਆ ਦੀ ਖਿੱਚ ਹੈ, ਮੇਰ ਤੇਰ ਹੈ, ਮੋਹਣੀ, ਇਹ ਸਾਡੇ ਮਨ ਨੂੰ ਮੋਹਿਤ ਕਰ ਰਹੀ ਹੈ। ਹਉਮੈ ਦਾ ਅਰਥ ਹੈ ਮੈਂ ਦਾ ਭਾਵ ਤੇ ਮਮਤਾ ਦਾ ਅਰਥ ਹੈ ਮੇਰ ਤੇਰ ਦਾ ਭਾਵ। ਮੈਂ ਤੇ ਮੇਰੀ, ਇਹ ਦੋਵੇਂ ਹੀ ਚੀਜ਼ਾਂ ਮੋਹਣੀ ਸਾਡੇ ਮਨ ਨੂੰ ਮੋਹਿਤ ਕਰ ਰਹੀਆਂ ਹਨ। ਸਭ ਮੁੱਠੀ ਅਹੰਕਾਰ। ਹਜ਼ੂਰ ਕਹਿੰਦੇ ਇੱਕ ਹਉਮੈ
ਦੂਸਰੀ ਜਿਹੜੀ ਮਨ ਨੂੰ ਮੋਹਿਤ ਕਰਨ ਵਾਲੀ ਮਾਇਆ ਦੀ ਮਮਤਾ ਹੈ, ਤੇ ਤੀਸਰੇ ਨੰਬਰ ਤੇ ਹੰਕਾਰ ਹੈ। ਇਹਨਾਂ ਤਿੰਨਾਂ ਚੀਜ਼ਾਂ ਨੇ ਸਭ ਮੁੱਠੀ, ਇਹ ਸਾਰੀ ਦੁਨੀਆ ਲੁੱਟ ਲਈ ਹੈ। ਸਾਰੀ ਸ੍ਰਿਸ਼ਟੀ ਨੂੰ, ਸਾਰੀ ਮਨੁੱਖਤਾ ਨੂੰ ਇਹਨਾਂ ਤਿੰਨਾਂ ਨੇ ਲੁੱਟ ਲਿਆ ਹੈ। ਹਉਮੈ ਨੇ, ਇਹ ਮੋਹਣੀ ਮਾਇਆ ਦੀ ਮਮਤਾ ਨੇ, ਤੇ ਹੰਕਾਰ ਨੇ ਸਾਰੀ ਦੁਨੀਆ ਲੁੱਟੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਰਾਗ ਦੇ 14ਵੇਂ ਸ਼ਬਦ ਦੇ ਅੰਦਰ ਸਾਡੇ ਇਸ ਸਰੀਰ ਦੀ ਜੋ ਮਰਨ ਤੋਂ ਬਾਅਦ ਦਸ਼ਾ ਹੁੰਦੀ ਹੈ, ਉਹ ਦਰਸਾ ਕੇ ਤੇ ਸਾਨੂੰ ਵਾਹਿਗੁਰੂ ਦੇ ਨਾਮ ਜਪਣ ਦਾ, ਉਹਦੇ ਗੁਣ ਸੰਭਾਲਣ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲੋ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸੁੰਜੀ ਦੇ ਡਰਾਵਣੀ, ਜਾਂ ਜੀਓ ਵਿੱਚ ਹੋ ਜਾਏ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੁੰਜੀ ਦੇਹ ਡਰਾਵਣੀ, ਇਹ ਜਿਹੜਾ ਸੁੰਜੀ ਨੰਨਾ ਸ਼ਬਦ ਹੈ, ਇਹਦਾ ਉਚਾਰਨ ਸਹੀ ਢੰਗ ਦੇ ਨਾਲ ਕਰਨਾ ਹੈ। ਸੁੰਜੀ ਨਹੀਂ ਕਰਨਾ, ਸੁੰਨੀ ਨਹੀਂ ਕਰਨਾ, ਸੁੰਜੀ। ਸੁੰਜੀ ਦੇਹ ਡਰਾਵਣੀ, ਜਾਂ ਜੀਓ ਵਿੱਚੋਂ ਹੋ ਜਾਏ। ਹਜ਼ੂਰ ਕਹਿੰਦੇ ਜਦੋਂ ਇਸ ਦੇਹ ਦੇ ਵਿੱਚੋਂ, ਜੀਓ ਦਾ ਅਰਥ ਹੈ ਜੀਵ ਆਤਮਾ ਭੌਰ, ਉਡਾਰੀ ਮਾਰ ਜਾਂਦਾ ਹੈ। ਇਹ ਜਿਹੜੀ ਸਾਡੀ ਦੇਹ ਹੈ, ਜਿਹੜੀ ਪਹਿਲਾਂ ਬਹੁਤ ਸੁੰਦਰ ਸਾਨੂੰ ਜਾਪਦੀ ਹੈ, ਡਰਾਵਣੀ, ਇਹੀ ਡਰਾਉਣੀ ਪ੍ਰਤੀਤ ਹੋਣ ਲੱਗ ਜਾਂਦੀ ਹੈ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਸਰੀਰ ਤਾਂ ਉਹੀ ਹੁੰਦਾ ਹੈ, ਅੰਗ ਪ੍ਰਤੰਗ ਇੰਦਰੀਏ ਵੀ ਉਹੀ ਹੁੰਦੇ ਨੇ, ਪਰ ਡਰ ਆਉਣ ਲੱਗ ਜਾਂਦਾ ਹੈ। ਕਿਉਂ? ਅਸਲੀ ਸੁੰਦਰਤਾ ਤੇ ਵਾਹਿਗੁਰੂ ਪਰਮੇਸ਼ਰ ਦੀ ਚੇਤਨ ਸੱਤਾ ਕਰਕੇ ਹੁੰਦੀ ਹੈ। ਜਦੋਂ ਵਾਹਿਗੁਰੂ ਦੀ ਜੋਤ ਚੇਤਨ ਸੱਤਾ ਵਿੱਚੋਂ ਨਿਕਲ ਜਾਂਦੀ ਹੈ, ਤਾਂ ਇਹ ਜਿਹੜੀ ਦੇਹ ਹੈ, ਇਹ ਵੀ ਬਹੁਤ ਡਰਾਉਣ ਵਾਲੀ ਹੋ ਜਾਂਦੀ ਹੈ। ਪਾਹੇ ਬਲੰਦੀ ਵਿੱਚ ਵੀ ਤੂੰ ਨਾ ਨਿਕਸਿਓ ਕਾਏ। ਹਜ਼ੂਰ ਫਰਮਾਉਂਦੇ ਨੇ, ਪਾਹੇ ਬਲੰਦੀ ਵਿੱਚ ਵੀ। ਪਾਹੇ ਦਾ ਅਰਥ ਹੈ ਅੱਗ, ਕਿਉਂਕਿ ਸਾਡੇ ਸਰੀਰ ਵਿੱਚ 5 ਤੱਤ ਨੇ, ਉਹਨਾਂ ਵਿੱਚ ਅਗਨੀ ਵੀ ਇੱਕ ਤੱਤ ਹੈ। ਪਾਹੇ ਬਲੰਦੀ ਵਿੱਚ ਵੀ, ਜਿਹੜੀ ਸਾਡੇ ਅੰਦਰ ਅੱਗ ਬਲ ਰਹੀ ਹੈ, ਜਿਹਦੇ ਆਸਰੇ ਅਸੀਂ ਜੀਵਤ ਹਾਂ। ਹਜ਼ੂਰ ਕਹਿੰਦੇ ਜਿਹੜੀ ਅੰਦਰ ਅੱਗ ਬਲਦੀ ਸੀ, ਉਹ ਵਿੱਚ ਵੀ ਦਾ ਅਰਥ ਹੈ ਬੁਝ ਗਈ ਹੈ। ਤੂੰ ਨਾ ਨਿਕਸਿਓ ਕਾਏ, ਜਦੋਂ ਅੱਗ ਹੀ ਬੁਝ ਗਈ ਤੇ ਫਿਰ ਧੂਆਂ ਕੀ ਨਿਕਲਣਾ ਸੀ। ਇਹਦਾ ਮਤਲਬ ਇਹ ਹੈ, ਪਾਹੇ ਬਲੰਦੀ ਵਿੱਚ ਵੀ, ਜਿਹੜੀ ਸਾਡੇ ਅੰਦਰ ਵਾਹਿਗੁਰੂ ਦੀ ਜੋਤ ਅਥਵਾ ਚੇਤਨ ਸੱਤਾ ਦੀ ਅੱਗ ਬਲ ਰਹੀ ਸੀ, ਅਥਵਾ ਜੀਵਨ ਕਲਾ ਦੀ ਜਿਹੜੀ ਸਾਡੇ ਸਰੀਰ ਵਿੱਚ ਅੱਗ ਬਲ ਰਹੀ ਸੀ, ਉਹ ਤੇ ਹੁਣ ਬੁਝ ਗਈ ਹੈ। ਤੂੰ ਨਾ ਨਿਕਸਿਓ ਕਾਏ, ਤੇ ਜਿਹੜਾ ਸਵਾਸਾਂ ਰੂਪੀ ਧੂਆਂ ਸੀ, ਉਹ ਹੁਣ ਕਿੱਥੋਂ ਨਿਕਲਣਾ ਸੀ, ਉਹ ਵੀ ਨਿਕਲਣੋਂ ਹਟ ਗਿਆ। ਕਿਉਂਕਿ ਇਹ ਵੀ ਇੱਕ ਪ੍ਰਕਿਰਤੀ ਦਾ ਨਿਯਮ ਹੈ, ਜਦੋਂ ਅੱਗ ਬੁਝ ਜਾਵੇ ਤੇ ਧੂਆਂ ਵੀ ਆਪਣੇ ਆਪ ਹੀ ਨਿਕਲਣੋਂ ਹਟ ਜਾਂਦਾ ਹੈ। ਜੇ ਅੱਗ ਧੁਖਦੀ ਹੈ, ਧੂਆਂ ਤਾਂ ਵੀ ਨਿਕਲੇਗਾ। ਜੇ ਅੱਗ ਬਲਦੀ ਹੈ ਤਾਂ ਵੀ ਧੂਆਂ ਦੂਰੋਂ ਦਿਖਾਈ ਦੇਵੇਗਾ, ਪਰ ਜਦੋਂ ਅੱਗ ਬੁਝ ਜਾਂਦੀ ਹੈ ਤੇ ਫਿਰ ਧੂਆਂ ਨਹੀਂ ਨਿਕਲ ਸਕਦਾ। ਹਜ਼ੂਰ ਕਹਿੰਦੇ ਨੇ, ਜਦੋਂ ਸਾਡੇ ਸਰੀਰ ਵਿੱਚੋਂ ਬਲਦੀ ਅੱਗ ਬੁਝ ਗਈ, ਚੇਤਨ ਸੱਤਾ ਜੀਵ ਕਲਾ ਦੀ ਅੱਗ ਸ਼ਾਂਤ ਹੋ ਗਈ,
ਤੂੰ ਨਾ ਨਿਕਸਿਓ ਕਾਏ, ਤੇ ਫਿਰ ਇਹ ਜਿਹੜਾ ਸਵਾਸਾਂ ਰੂਪੀ ਧੂਆਂ ਸੀ ਇਹ ਵੀ ਉਹਦੇ ਵਿੱਚੋਂ ਨਹੀਂ ਨਿਕਲਿਆ, ਇਹ ਵੀ ਨਾਲ ਹੀ ਖਤਮ ਹੋ ਗਿਆ। ਪੰਚੇ ਰੁੰਨੇ ਦੁਖ ਭਰੇ ਬਿਨਸੇ ਦੂਜੈ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਸਾਡੇ ਸਰੀਰ ਵਿੱਚੋਂ ਪੌਰ ਉਡਾਰੀ ਮਾਰ ਜਾਂਦਾ ਹੈ, ਅੰਦਰ ਚੇਤਨ ਸੱਤਾ ਦੀ ਬਲਦੀ ਅੱਗ ਵੀ ਬੁਝ ਜਾਂਦੀ ਹੈ, ਸਵਾਸਾਂ ਦਾ ਧੂਆਂ ਵੀ ਨਿਕਲਣੋਂ ਹਟ ਜਾਂਦਾ ਹੈ। ਪੰਚੇ ਰੁੰਨੇ ਦੁੱਖ ਭਰੇ, ਉਸ ਵੇਲੇ ਜਿਹੜੇ ਪੰਜ ਸਾਡੇ ਕਰੀਬੀ ਰਿਸ਼ਤੇਦਾਰ ਨੇ, ਸਾਕ ਸੰਬੰਧੀ ਨੇ, ਉਹ ਦੁੱਖ ਦੇ ਵਿੱਚ ਭਰੇ ਰੋਣ ਲੱਗ ਜਾਂਦੇ ਨੇ। ਉਹ ਪੰਜ ਕਿਹੜੇ ਨੇ? ਇੱਕ ਤਾਂ ਮਾਤਾ ਪਿਤਾ ਦਾ ਬਹੁਤਾ ਮੋਹ ਹੁੰਦਾ ਹੈ, ਤੇ ਦੂਸਰੇ ਜਿਹੜੇ ਸਾਡੇ ਭੈਣ ਭਾਈ ਹੁੰਦੇ ਨੇ, ਤੀਸਰੇ ਨੰਬਰ ਤੇ ਜਿਹੜੇ ਸਾਡੇ ਆਪਣੇ ਧੀਆਂ ਪੁੱਤਰ ਹੁੰਦੇ ਨੇ, ਚੌਥੇ ਨੰਬਰ ਤੇ ਜਿਹੜੀ ਧਰਮ ਪਤਨੀ ਵਾਈਫ ਹੁੰਦੀ ਹੈ, ਪੰਜਵੇਂ ਨੰਬਰ ਤੇ ਜਿਹੜੇ ਜਿਗਰੀ ਦੋਸਤ ਹੁੰਦੇ ਨੇ। ਇਹ ਜਿਹੜੇ ਪੰਜੇ ਰੋਂਦੇ ਨੇ, ਬਾਕੀ ਤੇ ਸਭ ਦਿਖਾਵਾ ਹੀ ਕਰਦੇ ਨੇ। ਦੁੱਖ ਤਾਂ ਉਹਨਾਂ ਨੂੰ ਹੀ ਹੁੰਦਾ ਹੈ ਨਾ ਜਿਹੜੇ ਬਹੁਤ ਕਰੀਬੀ ਰਿਸ਼ਤੇਦਾਰ ਸਾਕ ਸੰਬੰਧੀ ਹੁੰਦੇ ਨੇ। ਹਜ਼ੂਰ ਕਹਿੰਦੇ ਨੇ, ਪੰਚੇ ਰੁੰਨੇ ਦੁੱਖ ਭਰੇ ਬਿਨਸੇ ਦੂਜੈ ਭਾਏ। ਉਹ ਜਿਹੜੇ ਪੰਜੇ ਸਨ ਸਾਡੇ ਕਰੀਬੀ ਰਿਸ਼ਤੇਦਾਰ, ਉਹ ਦੁੱਖ ਦੇ ਵਿੱਚ ਭਰੇ ਹੋਏ ਰੋਣ ਲੱਗ ਪਏ। ਬਿਨਸੇ ਦੂਜੈ ਭਾਏ, ਤੇ ਉਹਨਾਂ ਦਾ ਪ੍ਰੇਮ ਵੀ ਆਤਮਾ ਨਾਲ ਨਹੀਂ ਸੀ, ਕੋਈ ਉਸ ਦੀ ਜ਼ਮੀਰ ਦੇ ਨਾਲ, ਰੂਹ ਦੇ ਨਾਲ ਨਹੀਂ ਸੀ। ਬਿਨਸੇ ਦੂਜੈ ਭਾਏ, ਉਹ ਵੀ ਦੂਸਰੇ ਪ੍ਰੇਮ ਦੇ ਵਿੱਚ ਹੀ ਨਾਸ ਹੋ ਗਏ। ਇਹਦਾ ਮਤਲਬ ਉਹਨਾਂ ਨੇ ਸਰੀਰ ਨੂੰ ਹੀ, ਦੇਹ ਨੂੰ ਹੀ ਸਾਰਾ ਕੁਝ ਸਮਝਿਆ ਹੋਇਆ ਸੀ। ਇਹ ਜਿਹੜਾ ਮਨੁੱਖ ਹੈ ਕੇਵਲ ਸਰੀਰ ਹੀ ਤਾਂ ਨਹੀਂ, ਇਹ ਗੱਲ ਸੋਚਣ ਵਾਲੀ ਹੈ। ਜਿਸ ਨੂੰ ਅਸੀਂ ਮਨੁੱਖ ਆਖਦੇ ਹਾਂ ਉਹ ਕੇਵਲ ਸਰੀਰ ਨਹੀਂ, ਇਸ ਸਰੀਰ ਦੇ ਅੰਦਰ ਹੋਰ ਵੀ ਬਹੁਤ ਕੁਝ ਹੈ। ਸਤਿਗੁਰੂ ਦੇ ਬਾਣੀ ਵਿੱਚ ਬਚਨ ਆਉਂਦੇ ਨੇ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਜੋ ਬ੍ਰਹਮੰਡ ਪਿੰਡ ਸੋ ਜਾਣ। ਜੋ ਕੁਛ ਬ੍ਰਹਮੰਡ ਦੇ ਵਿੱਚ ਅਸੀਂ ਤੱਕਦੇ ਹਾਂ ਉਹੀ ਕੁਝ ਸਾਡੇ ਸਰੀਰ ਵਿੱਚ ਵੀ ਹੈ, ਪਰ ਉਸ ਦੀ ਖੋਜ ਕਰਨ ਤੋਂ ਪਤਾ ਚੱਲੇਗਾ, ਨਹੀਂ ਤੇ ਸਾਨੂੰ ਇਉਂ ਹੀ ਜਾਪਦਾ ਹੈ ਵੀ ਜਿਵੇਂ ਇਹ ਸਰੀਰ ਹੀ ਸਭ ਕੁਝ ਹੈ। ਨਹੀਂ, ਇਸ ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ ਹੈ, ਔਰ ਉਹ 17 ਜਾਂ 19 ਤੱਤਾਂ ਦਾ ਬਣਿਆ ਮੰਨਿਆ ਹੋਇਆ। 5 ਗਿਆਨ ਇੰਦਰੀਏ, 5 ਕਰਮ ਇੰਦਰੀਏ, 5 ਪ੍ਰਾਣ ਤੇ ਮਨ ਤੇ ਬੁੱਧ, ਇਹ 17 ਤੱਤ ਨੇ। ਤੇ ਬਾਕੀ ਮਨ ਬੁੱਧ ਚਿੱਤ ਹੰਕਾਰ, ਇਹ 4 ਰਲਾ ਕੇ ਤੇ 19 ਵੀ ਬਣਦੇ ਨੇ। ਇਸ ਨੂੰ ਲਿੰਗ ਸਰੀਰ ਜਾਂ ਸੂਖਸ਼ਮ ਸਰੀਰ ਆਖਿਆ ਜਾਂਦਾ ਹੈ। ਔਰ ਇਸ ਤੋਂ ਅੱਗੇ ਹੋਰ ਇੱਕ ਡੂੰਘਾ ਕਾਰਨ ਸਰੀਰ ਹੈ। ਇਸ ਸਰੀਰ ਦੇ ਅੰਦਰ ਹੀ ਇਹ ਸਾਰਾ ਕੁਝ ਹੈ। ਫਿਰ ਇਸ ਤੋਂ ਅੱਗੇ ਵਾਹਿਗੁਰੂ ਦੀ ਜੋਤ ਹੈ। ਜੋਤ ਤੱਕ ਤਾਂ ਅਸੀਂ ਪੜ੍ਹਦੇ ਹੀ ਨਹੀਂ, ਅਸੀਂ ਤੇ ਸਰੀਰ ਨੂੰ ਵੇਖਦੇ ਹਾਂ। ਸੂਖਸ਼ਮ ਸਰੀਰ ਵਿੱਚੋਂ ਨਿਕਲ ਜਾਂਦਾ, ਉਹਨੂੰ ਵੀ ਅਸੀਂ ਨਹੀਂ ਵੇਖ ਸਕਦੇ। ਕਾਰਨ ਸਰੀਰ ਤੇ ਹੈ ਹੀ ਜੜ, ਉਹਦੇ ਬਾਰੇ ਵੀ ਸਾਨੂੰ ਕੁਝ ਨਹੀਂ ਪਤਾ ਲੱਗਦਾ। ਹਜ਼ੂਰ ਕਹਿੰਦੇ ਨੇ, ਜਿਹੜੇ ਪੰਜੇ ਕਰੀਬੀ ਰਿਸ਼ਤੇਦਾਰ ਸਨ, ਉਹ ਦੁੱਖ ਦੇ ਵਿੱਚ ਭਰੇ ਰੋਣ ਲੱਗ ਪਏ। ਬਿਨਸੇ ਦੂਜੈ ਭਾਏ, ਪਰ ਇਹ ਜੀਵ ਦੂਜੇ ਪਾਸੇ ਪ੍ਰੇਮ ਕਰਕੇ ਹੀ ਨਾਸ ਹੋ ਗਏ। ਇਹਨਾਂ ਨੇ ਅਸਲੀਅਤ ਨੂੰ ਨਹੀਂ ਸਮਝਿਆ, ਉਹਨਾਂ ਨੇ ਸਰੀਰ ਨੂੰ ਹੀ ਸਾਰਾ ਕੁਝ ਸਮਝ ਲਿਆ। ਇਸ ਦੇ ਅੰਦਰ ਕੀ ਹੈ, ਇਸ ਤੋਂ ਪਰੇ ਕੀ ਹੈ, ਉਸ ਦੀ ਉਹਨਾਂ ਨੇ ਕੋਈ ਵੀ ਸੋਝੀ ਹਾਸਲ ਨਾ ਕੀਤੀ। ਅਥਵਾ ਪੰਚੇ ਰੁੰਨੇ ਦੁੱਖ ਭਰੇ, ਜਿਹੜੇ 5 ਗਿਆਨ ਇੰਦਰੀਏ ਸਨ, ਜਿਵੇਂ ਅੱਖਾਂ ਨੇ, ਕੰਨ ਨੇ, ਨਾਸਿਕਾ ਹੈ, ਤੁਚਾ ਹੈ, ਔਰ ਇਹ ਜਿਹੜੇ 5 ਗਿਆਨ ਇੰਦਰੀਏ ਸਨ, ਤੇ ਬਾਕੀ ਮੁਖ ਹੈ, ਰਸਨਾ ਹੈ, ਇਹ ਪੰਜੇ ਕਹਿੰਦੇ ਰੋਣ ਲੱਗ ਪਏ। ਜਦੋਂ ਕੋਈ ਪ੍ਰਾਣੀ ਮਰਦਾ ਹੈ ਨਾ, ਉਸ ਵੇਲੇ 5 ਗਿਆਨ ਇੰਦਰੀਏ ਵੀ ਰੋਂਦੇ ਨੇ, ਅੱਖਾਂ ਵੀ ਰੋਂਦੀਆਂ, ਕੰਨ ਵੀ ਰੋਂਦੇ ਨੇ, ਨੱਕ ਵੀ ਰੋਂਦਾ, ਤੁਚਾ ਵੀ ਰੋਂਦੀ, ਮੂੰਹ ਵੀ ਰੋਂਦਾ। ਹਜ਼ੂਰ ਕਹਿੰਦੇ ਨੇ, ਅਥਵਾ ਪੰਚੇ ਰੁੰਨੇ ਦੁੱਖ ਭਰੇ, ਜਿਹੜੇ 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਡੇ ਇਸ ਸਰੀਰ ਰੂਪੀ ਕਿਲੇ ਤੇ ਕਬਜ਼ਾ ਕਰਕੇ ਤੇ ਇੱਥੇ ਗਲਤ ਕੰਮ ਕਰਦੇ ਤੇ ਕਰਵਾਉਂਦੇ ਸਨ। ਤੇ ਜਦੋਂ ਸਰੀਰ ਨਾਸ ਹੋਇਆ, ਇਹ ਕਿਲਾ ਢਹਿ ਗਿਆ, ਉਹ ਵੀ ਰੋਣ ਲੱਗ ਪਏ। ਉਸ ਵੇਲੇ ਵਿਕਾਰ ਵੀ ਰੋਂਦੇ ਨੇ ਵੀ ਹੁਣ ਸਾਡਾ ਇਸ ਤੇ ਕੋਈ ਜ਼ੋਰ ਨਹੀਂ ਚੱਲ ਸਕਦਾ। ਬਿਨਸੇ ਦੂਜਾ ਪਾਏ, ਇਸ ਢੰਗ ਦੇ ਨਾਲ ਵਿਦਵਾਨਾਂ ਨੇ, ਮਹਾਂਪੁਰਖਾਂ ਨੇ ਅਰਥ ਕੀਤੇ ਨੇ। ਤੇ ਸਾਰੇ ਲੋਕ ਦੂਜੇ ਪਾਏ ਵਾਹਿਗੁਰੂ ਨਾਲ ਨਹੀਂ,
ਆਤਮਾ ਦੇ ਨਾਲ ਨਹੀਂ, ਦੂਜੇ ਪਾਸੇ ਪ੍ਰੇਮ ਕਰਕੇ ਹੀ ਸਾਰੇ ਭਾਈ ਇਸ ਤਰ੍ਹਾਂ ਨਾਸ ਹੋ ਗਏ। ਮੂੜੇ RAM ਜਪੋ ਗੁਣ ਸਾਰ, ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ। ਰਹਾਉ ਜਿਨੀ ਨਾਮ ਬਸਾਰਿਆ, ਦੂਜੀ ਕਾਰੈ ਲੱਗ। ਰਹਾਉ ਦੀਆਂ ਪੰਕਤੀਆਂ ਤੋਂ ਅਰਥ ਸ਼ੁਰੂ ਹੋਇਆ ਸੀ। ਹੁਣ ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਮਨੁੱਖ ਦੀ ਗਾਫਲ ਦਸ਼ਾ ਹੈ ਉਹਦਾ ਅੱਗੇ ਜ਼ਿਕਰ ਕਰਦੇ ਹਨ। ਜਿਨੇ ਨਾਮ ਵਿਸਾਰਿਆ, ਬਈ ਜਿਨ੍ਹਾਂ ਲੋਕਾਂ ਨੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਦਿੱਤਾ। ਕਿਉਂ ਵਿਸਾਰ ਦਿੱਤਾ? ਦੂਜੀ ਕਾਰੈ ਲੱਗ, ਉਹ ਕਿਸੇ ਹੋਰ ਦੂਜੀ ਕਿਰਤ ਵਿੱਚ ਲੱਗ ਗਏ ਨੇ। ਕਿਉਂਕਿ ਦੁਨੀਆ ਦੇ ਲੋਕ ਨਾਮ ਜਪਣ ਨੂੰ ਇੱਕ ਬੇਲੋੜਾ ਤੇ ਵਾਧੂ ਕੰਮ ਸਮਝਦੇ ਨੇ, ਤੇ ਜਿਹੜੀ ਹੋਰ ਦੁਨਿਆਵੀ ਕੰਮ ਧੰਦਾ ਹੈ ਉਹਨੂੰ ਪਹਿਲ ਦਿੰਦੇ ਨੇ। ਕਿਸੇ ਨੂੰ ਵੀ ਪੁੱਛ ਲਓ, ਅਸੀਂ ਕੰਮ ਤੇ ਤਾਂ ਟਾਈਮ ਤੋਂ ਪਹਿਲਾਂ ਵੀ ਜਾਣ ਲਈ ਤਿਆਰ ਹੋ ਜਾਂਦੇ, ਪਰ ਜੇ ਛੁੱਟੀ ਵਾਲੇ ਦਿਨ ਬਾਣੀ ਪੜ੍ਹਨੀ ਹੋਵੇ, ਸਿਮਰਨ ਕਰਨਾ ਹੋਵੇ, ਨਿਤਨੇਮ ਕਰਨਾ ਹੋਵੇ, ਅਸੀਂ ਸਾਰੇ ਹੀ ਲੇਟ ਹੁੰਦੇ ਹਾਂ। ਹਜ਼ੂਰ ਕਹਿੰਦੇ ਨੇ ਜਿਨੇ ਨਾਮ ਵਿਸਾਰਿਆ ਦੂਜੀ ਕਾਰੈ ਲੱਗ, ਵੀ ਜਿਨ੍ਹਾਂ ਨੇ ਦੂਜੀ ਕਾਰ ਦੇ ਵਿੱਚ ਲੱਗ ਕੇ, ਭਾਵ ਜਿਹੜੀ ਮਾਇਕੀ ਕੰਮ ਧੰਦੇ ਨੇ ਉਹਨਾਂ ਦੇ ਵਿੱਚ ਲੱਗ ਕੇ ਵਾਹਿਗੁਰੂ ਦੇ ਨਾਮ ਨੂੰ ਭੁਲਾ ਦਿੱਤਾ ਹੈ। ਅਸਲੀ ਕਰਨ ਵਾਲਾ ਤੇ ਕੰਮ ਇਹੀ ਸੀ। ਮੂੜੇ RAM ਜਪੋ ਗੁਣ ਸਾਰ, ਉਸੇ ਸਿਧਾਂਤ ਦੀ ਵਿਆਖਿਆ ਹੋ ਰਹੀ ਹੈ। ਪਰ ਅਸੀਂ ਜਿਹੜਾ ਜ਼ਰੂਰੀ ਕੰਮ ਸੀ ਉਹਨੂੰ ਤੇ ਛੱਡ ਦਿੱਤਾ ਹੈ, ਹੋਰ ਦੂਜੇ ਕੰਮ ਧੰਦਿਆਂ ਦੇ ਵਿੱਚ ਖਚਤ ਹੋ ਗਏ। ਦੁਬਦਾ ਲਾਗੇ ਪਚ ਮੋਏ, ਅੰਤਰ ਤ੍ਰਿਸ਼ਨਾ ਅੱਗ। ਹਜ਼ੂਰ ਕਹਿੰਦੇ ਨੇ ਦੁਬਦਾ ਦੇ ਵਿੱਚ ਲੱਗ ਕੇ ਪਚ ਮੋਏ, ਜਿਹੜੇ ਮਨਮੁਖ ਜੀਵ ਸਨ ਉਹ ਪਚ ਕੇ ਪਾਪ ਧੰਦਿਆਂ ਦੇ ਵਿੱਚ ਖਚਤ ਹੋ ਕੇ ਮਰ ਗਏ। ਅੰਤਰ ਤ੍ਰਿਸ਼ਨਾ ਅੱਗ ਦਾ ਕਾਰਨ ਕੀ ਸੀ? ਹਜ਼ੂਰ ਕਹਿੰਦੇ ਇਹਦਾ ਕਾਰਨ ਸੀ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਤ੍ਰਿਸ਼ਨਾ ਦੀ ਅੱਗ ਕੀ ਹੈ? ਸਹਿਸ ਕਟੇ ਲੱਖ ਕੋ ਉਠ ਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨ ਤ੍ਰਿਪਤਾਵੈ ਖਪ ਖਪ ਮਰੈ। ਇਹ ਤ੍ਰਿਸ਼ਨਾ ਦੀ ਅੱਗ ਹੈ। ਇੱਕ ਐਸਾ ਹਵਾਈ ਮਾਰਗ ਹੈ, ਜਿੰਨਾ ਮਰਜੀ ਅਸੀਂ ਇਸ ਤੇ ਦੌੜ ਲਈਏ ਤੇ ਸਾਨੂੰ ਕਿਧਰੇ ਵੀ ਮੰਜ਼ਲ ਨਹੀਂ ਪ੍ਰਾਪਤ ਹੋ ਸਕਦੀ। ਮਨੁੱਖ ਜਿੰਨੀ ਮਰਜੀ ਮਾਇਆ ਇਕੱਠੀ ਕਰ ਲਵੇ, ਅਰਬਾਂ ਖਰਬਾਂ ਡਾਲਰ ਵੀ ਇਕੱਠੇ ਕਰ ਸਕਦਾ ਹੈ, ਪਰ ਇਹ ਫੇਰ ਵੀ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ ਹੈ। ਹਜ਼ੂਰ ਕਹਿੰਦੇ ਦੁਬਦਾ ਲਾਗੇ ਪਚਮੋਈ ਅੰਤਰ ਤ੍ਰਿਸ਼ਨਾ ਅੱਗ। ਜਿਹੜੇ ਮਨਮੁਖ ਜੀਵ ਸਨ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ। ਬਸ ਦੁਬਦਾ ਦੇ ਵਿੱਚ ਲੱਗੇ ਹੋਏ, ਮਾਇਕੀ ਧੰਦਿਆਂ ਦੇ ਵਿੱਚ ਤੇ ਹੋਰ ਫੋਕਟ ਕੰਮਾਂ ਦੇ ਵਿੱਚ ਉਹ ਖਚਤ ਹੋ ਕੇ ਉੱਥੇ ਹੀ ਮਰ ਗਏ। ਗੁਰ ਰਾਖੇ ਸੇ ਉਬਰੇ, ਹੋਰ ਮੁੱਠੀ ਤੰਦਾ ਠੱਗ। ਮਹਾਰਾਜ ਕੋਈ ਬਚਿਆ ਵੀ ਹੈ? ਹਜ਼ੂਰ ਕਹਿੰਦੇ ਭਾਈ ਹਾਂ, ਗੁਰ ਰਾਖੇ ਸੇ ਉਬਰੇ, ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਹੈ ਉਹ ਭਾਈ ਬਚੇ ਨੇ। ਇਹਦਾ ਮਤਲਬ ਇਹ ਹੈ ਬਾਕੀ ਤੇ ਸਾਰਾ ਸੰਸਾਰ ਹੀ ਜਿਹੜੇ ਮਾਇਕੀ ਧੰਦੇ ਨੇ ਉਹਨਾਂ ਦੇ ਵਿੱਚ ਲੱਗਿਆ ਹੋਇਆ ਹੈ। ਮੁੱਠੀ ਧੰਦਾ ਠੱਗ, ਇਹ ਧੰਦੇ ਰੂਪੀ ਠੱਗ ਨੇ, ਬਾਕੀ ਤੇ ਸਾਰੀ ਦੁਨੀਆ ਲੁੱਟ ਲਈ ਹੈ, ਪਰ ਜਿਨ੍ਹਾਂ ਨੂੰ ਗੁਰੂ ਨੇ ਰੱਖਿਆ ਹੈ ਉਹ ਬਚੇ ਨੇ। ਇਹਦਾ ਮਤਲਬ ਇਹ ਹੈ ਕੁਝ ਐਸੇ ਵੀ ਗੁਰਮੁਖ ਨੇ ਜਿਨ੍ਹਾਂ ਨੇ ਆਪਣੀ ਕਿਰਤ ਵੀ ਕੀਤੀ ਹੈ ਤੇ ਨਾਲ ਨਾਮ ਵੀ ਜਪਿਆ। ਨਹੀਂ ਅਸੀਂ ਕਿਰਤ ਸਾਰੇ ਕਰਦੇ ਹਾਂ ਪਰ ਨਾਮ ਨਹੀਂ ਜਪਦੇ ਨਾਲ। ਜਿਨ੍ਹਾਂ ਨੇ ਕਿਰਤ ਦੇ ਨਾਲ ਵਾਹਿਗੁਰੂ ਦਾ ਨਾਮ ਵੀ ਜਪਿਆ ਤੇ ਵੰਡ ਕੇ ਛਕਿਆ ਹੈ, ਉਹਨਾਂ ਤੇ ਗੁਰੂ ਦੀ ਕਿਰਪਾ ਹੋਈ। ਜਿਨ੍ਹਾਂ ਨੂੰ ਗੁਰੂ ਨੇ ਰੱਖਿਆ ਭਾਈ ਉਹ ਬਚੇ ਨੇ, ਹੋਰ ਤੇ ਧੰਦੇ ਰੂਪੀ ਠੱਗ ਨੇ ਸਾਰੀ ਦੁਨੀਆ ਲੁੱਟ ਲਈ ਹੈ। ਮੋਈ ਪ੍ਰੀਤ ਪਿਆਰ ਗਿਆ, ਮੋਆ ਬੈਰ ਬਰੋਧ। ਲੋ ਹਜ਼ੂਰ ਕਹਿੰਦੇ ਨੇ ਜਦੋਂ ਆਦਮੀ ਮਰਦਾ ਹੈ, ਚੜ੍ਹਾਈ ਕਰਦਾ ਹੈ, ਉਸ ਵੇਲੇ ਕਿਹੜੀ ਕਿਹੜੀ ਚੀਜ਼ ਮਰਦੀ ਹੈ। ਲੋ ਇਸ ਦਾ ਵੀ ਹੁਣ ਤੁਸੀਂ ਵਿਚਾਰ ਸੁਣੋ। ਹਜ਼ੂਰ ਕਹਿੰਦੇ ਮੋਈ ਪ੍ਰੀਤ, ਸਭ ਤੋਂ ਪਹਿਲਾਂ ਤੇ ਇਸ ਮਨੁੱਖ ਦੀ ਆਪਣੇ ਜੀਵਨ ਸਾਥੀ ਦੇ ਨਾਲ ਜਿਹੜੀ ਮੁਹੱਬਤ ਸੀ ਉਹ ਮਰ ਗਈ। ਜਦੋਂ ਆਦਮੀ ਚੜ੍ਹਾਈ ਕਰਦਾ, ਇਸਤਰੀ ਦਾ ਮੋਹ ਵੀ ਨਾਲ ਹੀ ਖਤਮ ਹੋ ਜਾਂਦਾ। ਪਿਆਰ ਗਿਆ,
ਦੂਸਰੇ ਨੰਬਰ ਤੇ ਜਿਹੜਾ ਹੋਰ ਆਪਣੇ ਪਰਿਵਾਰ ਦਾ, ਭੈਣਾਂ ਭਰਾਵਾਂ ਦਾ ਮੋਹ ਸੀ, ਉਹ ਵੀ ਨਾਲ ਹੀ ਚਲਿਆ ਗਿਆ। ਮੋਹ, ਵੈਰ ਵਿਰੋਧ, ਤੇ ਕਿਸੇ ਨਾਲ ਵੈਰ ਵਿਰੋਧ ਵੀ ਮਨੁੱਖ ਦਾ ਜ਼ਰੂਰ ਹੁੰਦਾ ਹੈ, ਕਿਉਂਕਿ ਇੱਕ ਪਾਸੇ ਮੋਹ ਹੈ, ਦੂਜੇ ਪਾਸੇ ਵੈਰ ਵਿਰੋਧ ਹੈ। ਵੈਰ ਵਿਰੋਧ ਵੀ ਹਰ ਕਿਸੇ ਦਾ ਕਿਸੇ ਨਾ ਕਿਸੇ ਨਾਲ ਹੁੰਦਾ ਹੀ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਜਿਹੜੀ ਪ੍ਰੀਤ ਵੀ ਚਲੀ ਗਈ ਤੇ ਪਰਿਵਾਰ ਦਾ ਮੋਹ ਵੀ ਚਲਿਆ ਗਿਆ, ਤੇ ਜਿਹੜਾ ਵੈਰ ਵਿਰੋਧ ਸੀ ਕਿਸੇ ਨਾਲ, ਉਹ ਵੀ ਨਾਲ ਹੀ ਖਤਮ ਹੋ ਗਿਆ। ਜਦੋਂ ਬੰਦਾ ਮਰ ਜਾਂਦਾ ਹੈ, ਇਹ ਚੀਜ਼ਾਂ ਵੀ ਉਸੀਆਂ ਨਾਲ ਹੀ ਖਤਮ ਹੋ ਜਾਂਦੀਆਂ। ਤੰਦਾ ਥੱਕਾ ਹੋ ਮੋਈ, ਮਮਤਾ ਮਾਇਆ ਕ੍ਰੋਧ। ਲਓ, ਹਜ਼ੂਰ ਕਹਿੰਦੇ ਤੰਦਾ ਵੀ ਥੱਕ ਗਿਆ। ਪਹਿਲਾਂ ਤੇ ਕਹਿੰਦਾ ਨਾ ਮੇਰੇ ਕੋਲ ਤਾਂ ਟਾਈਮ ਹੀ ਨਹੀਂ। ਕਈਆਂ ਨੂੰ ਪੁੱਛੀਏ ਬਈ ਤੁਸੀਂ ਵੀ ਕੋਈ ਬਾਣੀ ਪੜ੍ਹ ਲਿਆ ਕਰੋ, ਕੋਈ ਸੰਗਤ ਵਿੱਚ ਆ ਕੇ ਕਥਾ ਕੀਰਤਨ ਸੁਣ ਲਿਆ ਕਰੋ। ਕਹਿੰਦੇ ਸਾਡੇ ਕੋਲ ਵਕਤ ਹੀ ਨਹੀਂ, ਸਾਡੇ ਕੋਲ ਟਾਈਮ ਹੀ ਨਹੀਂ। ਕਈ ਇਹੋ ਜਿਹੇ ਵੀ ਲੋਕ ਨੇ, ਕਹਿੰਦੇ ਸਾਡੇ ਕੋਲੇ ਤਾਂ ਸਿਰ ਖੁਰਕਣ ਦਾ ਵੀ ਟਾਈਮ ਨਹੀਂ। ਕਈ ਇੱਦੋਂ ਵੀ ਅਗਲੀ ਗੱਲ ਕਹਿ ਜਾਂਦੇ ਨੇ ਵੀ ਸਾਡੇ ਕੋਲੇ ਤਾਂ ਮਰਨ ਦਾ ਵੀ ਟਾਈਮ ਨਹੀਂ। ਇਹੋ ਜਿਹੀਆਂ ਲੋਕ ਗੱਲਾਂ ਕਰਦੇ ਨੇ। ਪਰ ਹਜ਼ੂਰ ਕਹਿੰਦੇ ਧੰਦਾ ਥੱਕਾ, ਅਖੀਰ ਤੇ ਧੰਦਾ ਵੀ ਮੁੱਕ ਜਾਂਦਾ ਹੈ। ਜਦੋਂ ਆਦਮੀ ਮੁੱਕ ਗਿਆ, ਧੰਦਾ ਵੀ ਉਹਦਾ ਨਾਲ ਹੀ ਮੁੱਕ ਜਾਣਾ। ਤੇ ਹਉਮ ਹੋਈ, ਜਿਹੜੀ ਹਉਮੈ ਇਹ ਨਹੀਂ ਸੀ ਨਾ ਮਰਦੀ, ਤੇ ਇਹ ਵੀ ਉਦੋਂ ਨਾਲ ਹੀ ਮਰ ਗਈ। ਜਦੋਂ ਸਰੀਰ ਮਰਿਆ ਤੇ ਹਉਮੈ ਵੀ ਨਾਲ ਹੀ ਮਰ ਗਈ, ਕਿਉਂਕਿ ਸਰੀਰ ਦੀ ਹੀ ਹਉਮੈ ਕਰਦਾ ਸੀ ਨਾ। ਆਪਣੇ ਸਰੀਰ ਨੂੰ ਹੀ ਸਭ ਕੁਝ ਸਮਝਦਾ ਸੀ, ਇਹਦੇ ਵਿੱਚ ਆਕੜ ਭਰੀ ਹੋਈ ਸੀ। ਜਦੋਂ ਮਨੁੱਖ ਨਾਸ ਹੋ ਗਿਆ ਤੇ ਹਉਮੈ ਵੀ ਨਾਲ ਹੀ ਮਰ ਗਈ। ਮਮਤਾ ਮਾਇਆ ਕ੍ਰੋਧ, ਜਿਹੜੀ ਮਾਇਆ ਦੀ ਮਮਤਾ ਸੀ ਇਹ ਵੀ, ਤੇ ਨਾਲ ਕ੍ਰੋਧ ਇਹ ਵੀ ਨਾਲ ਹੀ ਮਰ ਗਿਆ। ਭਾਵ ਇਹਦਾ ਸੰਬੰਧ ਮਨੁੱਖੀ ਸਰੀਰ ਦੇ ਨਾਲ ਹੀ, ਇਹਨਾਂ ਸਾਰੀਆਂ ਚੀਜ਼ਾਂ ਦਾ। ਜਦੋਂ ਮਨੁੱਖੀ ਸਰੀਰ ਨਾਸ ਹੋ ਜਾਂਦਾ ਹੈ ਤੇ ਫਿਰ ਇਹ ਸਾਰੀਆਂ ਚੀਜ਼ਾਂ ਦਾ ਵੀ ਨਾਲ ਹੀ ਭੋਗ ਪੈ ਜਾਂਦਾ ਹੈ। ਕਰਮ ਮਿਲੈ ਸੱਚ ਪਾਈਐ, ਗੁਰਮੁਖ ਸਦਾ ਨਿਰੋਧ। ਕਰਮ ਮਿਲੈ ਸੱਚ ਪਾਈਐ, ਹਜ਼ੂਰ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦਾ ਨਾਮ ਮਿਲਦਾ, ਸੱਚ ਪਾਈਐ, ਤੇ ਫੇਰ ਹੀ ਸੱਚਾ ਨਾਮ ਪ੍ਰਾਪਤ ਹੁੰਦਾ ਜੇ ਵਾਹਿਗੁਰੂ ਦੀ ਕਿਰਪਾ ਪ੍ਰਾਪਤ ਹੋਵੇ। ਹੋਰ ਜਿਹੜੇ ਕੋਈ ਪਦਾਰਥ ਨਹੀਂ ਅਸੀਂ ਆਪਣੇ ਯਤਨ ਨਾਲ, ਮਿਹਨਤ ਨਾਲ ਪ੍ਰਾਪਤ ਕਰ ਸਕਦੇ ਹਾਂ। ਕਈ ਚੀਜ਼ਾਂ ਐਸੀਆਂ ਨੇ ਮਾਇਆ ਦੇ ਜ਼ਰੀਏ ਪ੍ਰਾਪਤ ਹੋ ਜਾਂਦੀਆਂ ਨੇ, ਪਰ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਮ ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ। ਕਰਮ ਮਿਲੈ ਸੱਚ ਪਾਈਐ, ਜੇ ਵਾਹਿਗੁਰੂ ਦੀ ਕਿਰਪਾ ਦੁਆਰਾ ਮਿਲੇ ਤਾਂ ਹੀ ਸੱਚਾ ਨਾਮ ਪ੍ਰਾਪਤ ਹੁੰਦਾ ਹੈ। ਗੁਰਮੁਖ ਸਦਾ ਨਿਰੋਧ, ਇਸੇ ਲਈ ਜਿਹੜੇ ਗੁਰਮੁਖ ਜਨ ਹਨ ਉਹ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਕੇ ਹਮੇਸ਼ਾ ਲਈ, ਨਿਰੋਧ ਦਾ ਅਰਥ ਹੈ ਉਹ ਆਪਣੀਆਂ ਇੰਦਰੀਆਂ ਨੂੰ ਤੇ ਆਪਣੇ ਮਨ ਨੂੰ ਤੇ ਆਪਣੇ ਸਰੀਰ ਨੂੰ ਮਾੜੇ ਕੰਮਾਂ ਤੋਂ, ਨਿਰੋਧ ਦਾ ਅਰਥ ਹੈ ਰੋਕ ਲੈਂਦੇ ਨੇ। ਨਾ ਤਾਂ ਉਹ ਸਰੀਰ ਦੇ ਨਾਲ ਹੀ ਕੋਈ ਚੋਰੀ ਯਾਰੀ ਕੋਈ ਹੋਰ ਕੁਰੈਤ ਕਰਦੇ ਨੇ, ਤੇ ਨਾ ਹੀ ਉਹ ਆਪਣੇ ਮਨ ਦੇ ਨਾਲ ਕਿਸੇ ਬਾਰੇ ਮਾੜਾ ਸੋਚਦੇ ਨੇ ਜਾਂ ਵਿਕਾਰਾਂ ਦੇ ਵਿੱਚ ਖਚਤ ਹੁੰਦੇ ਨੇ, ਤੇ ਨਾ ਹੀ ਉਹ ਬਾਣੀ ਕਰਕੇ। ਹਜ਼ੂਰ ਕਹਿੰਦੇ ਗੁਰਮੁਖ ਸਦਾ ਨਿਰੋਧ, ਗੁਰਮੁਖ ਹਮੇਸ਼ਾ ਲਈ ਆਪਣੇ ਸਰੀਰ ਤੇ ਵੀ, ਇੰਦਰੀਆਂ ਤੇ ਵੀ, ਮਨ ਤੇ ਵੀ ਕੰਟਰੋਲ ਕਰ ਲੈਂਦੇ ਹਨ। ਸੱਚੀ ਕਾਰ ਸੱਚ ਮਿਲੈ, ਗੁਰਮਤਿ ਪੱਲੇ ਪਾਏ। ਲੋ, ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਸੱਚੀ ਕਾਰ ਦੇ ਵਿੱਚ ਲੱਗਦਾ ਹੈ। ਸੱਚੀ ਕਾਰ ਕੀ ਹੈ? ਸੱਚੀ ਕਾਰ ਹੈ ਵਾਹਿਗੁਰੂ ਦਾ ਨਾਮ ਜਪਣਾ, ਸੇਵਾ ਭਗਤੀ ਕਰਨੀ, ਇਹ ਸੱਚੀ ਕਾਰ ਹੈ। ਜਿਹੜਾ ਸੱਚੀ ਕਾਰ ਦੇ ਵਿੱਚ ਲੱਗਦਾ ਹੈ, ਸੱਚੀ ਕਿਰਤ ਵਿੱਚ ਲੱਗਦਾ ਹੈ, ਸੱਚ ਮਿਲੇ, ਉਹਨੂੰ ਹੀ ਸੱਚਾ ਨਾਮ ਪ੍ਰਾਪਤ ਹੁੰਦਾ ਹੈ। ਅਥਵਾ ਸੱਚੀ ਕਾਰ ਹੈ ਸੱਚ ਮਿਲੇ, ਜਿਹੜੀ ਸੱਚੀ ਕਾਰ ਹੈ ਭਗਤੀ ਦੀ, ਜਿਹੜਾ ਉਹਦੇ ਵਿੱਚ ਲੱਗਦਾ ਹੈ ਉਹਨੂੰ ਸੱਚਾ ਨਾਮ ਮਿਲਦਾ ਹੈ। ਗੁਰਮਤਿ ਪੱਲੇ ਪਾਏ, ਤੇ ਨਾਲ ਹੀ ਗੁਰੂ ਦੀ ਮੱਤ ਦੁਆਰਾ ਹੀ ਇਸ ਨਾਮ ਨੂੰ ਪੱਲੇ ਦੇ ਵਿੱਚ ਪ੍ਰਾਪਤ ਕੀਤਾ ਜਾਂਦਾ ਹੈ। ਸੋ ਨਰ ਜੰਮੈ ਨਾ ਮਰੈ, ਨਾ ਆਵੇ ਨਾ ਜਾਏ। ਲਓ, ਜਿਹਨੂੰ ਗੁਰਮਤਿ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੋ ਗਈ, ਸੋ ਨਰ ਜੰਮੈ ਨਾ ਮਰੈ, ਉਹ ਆਦਮੀ ਨਾ ਫਿਰ ਜੰਮਦਾ ਹੈ ਤੇ ਨਾ ਹੀ ਫਿਰ ਮਰਦਾ ਹੈ। ਨਾ ਆਵੇ ਨਾ ਜਾਏ, ਤੇ ਜਿਹੜੀ ਉਹਦੇ ਅੰਦਰ ਜੀਵ ਆਤਮਾ ਹੈ, ਰੂਹ ਹੈ, ਨਾ ਹੀ ਮੁੜ ਕੇ ਉਹ ਆਉਂਦੀ ਤੇ ਜਾਂਦੀ ਹੈ, ਕਿਉਂਕਿ ਜੰਮਣਾ ਤੇ ਮਰਨਾ ਸਰੀਰ ਦਾ ਧਰਮ ਹੈ, ਤੇ ਆਉਣਾ ਤੇ ਜਾਣਾ ਇਹ ਜੀਵ ਆਤਮਾ ਦਾ ਕਰਤੱਵ ਹੈ। ਇਸੇ ਲਈ ਹਜ਼ੂਰ ਕਹਿੰਦੇ ਜਦੋਂ
ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਫਿਰ ਇਹ ਸਰੀਰ ਵੀ ਜੰਮਦਾ ਮਰਦਾ ਨਹੀਂ ਹੈ ਤੇ ਨਾ ਹੀ ਜੀਵ ਆਤਮਾ ਆਉਂਦੀ ਜਾਂਦੀ ਹੈ। ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ। ਫਿਰ ਮਹਾਰਾਜ ਜਿਹੜਾ ਨਾਮ ਜਪਣ ਵਾਲਾ ਮਹਾਂਪੁਰਖ ਹੈ ਤੇ ਫਿਰ ਉਹਨੂੰ ਅੱਗੇ ਕੀ ਫਲ ਪ੍ਰਾਪਤ ਹੁੰਦਾ ਹੈ? ਹਜ਼ੂਰ ਕਹਿੰਦੇ ਨਾਨਕ ਦਰ ਪ੍ਰਧਾਨ ਸੋ, ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਹ ਮਹਾਂਪੁਰਖ ਸਭ ਤੋਂ ਪ੍ਰਧਾਨ ਮੋਹਰੀ ਹੁੰਦਾ ਹੈ ਔਰ ਉਸ ਦਾ ਮੁਰਾਤਬਾ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ। ਤੇ ਨਾਲ ਹੀ ਦਰਗਾਹ ਪੈਦਾ ਜਾਏ, ਜਿਹੜਾ ਇੱਥੇ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਜਾ ਕੇ ਪੈਦਾ ਦਾ ਅਰਥ ਹੈ ਸਰੋਪਾਉ ਦੇ ਨਾਲ ਸਤਕਾਰਿਆ ਜਾਂਦਾ ਹੈ। ਜਿਹੜਾ ਇੱਥੇ ਨਾਮ ਜਪ ਕੇ ਜਾਂਦਾ ਹੈ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮਖੁਜਲੇ ਕੀਤੀ ਛੁੱਟੀ ਨਾਲ ਉਹ ਦਰਗਾਹ ਦੇ ਵਿੱਚ ਵੀ ਸਤਕਾਰੇ ਜਾਂਦੇ ਨੇ। ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਇਹ ਗੁਰਮੁਖਾਂ ਨੂੰ ਦਰਗਾਹੀ ਸਨਮਾਨ ਤੇ ਦਰਗਾਹੀ ਸਰੋਪਾਉ ਵੀ ਪ੍ਰਾਪਤ ਹੁੰਦੇ ਨੇ। ਇਹ ਗੁਰਮੁਖਾਂ ਨੂੰ ਦਰਗਾਹੀ ਸਤਕਾਰ ਤੇ ਦਰਗਾਹੀ ਜਿਹੜੀ ਇਹ ਪਾਤਸ਼ਾਹੀ ਪ੍ਰਾਪਤ ਹੋ ਜਾਂਦੀ ਹੈ। ਇੱਕ ਵਾਰ ਦਾਰਾਸ਼ਕੋ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਇਆ ਔਰ ਉਹਦੇ ਮਗਰ ਔਰੰਗਜ਼ੇਬ ਦੀਆਂ ਫੌਜਾਂ ਲੱਗੀਆਂ ਹੋਈਆਂ ਸਨ। ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਕੁਝ ਮੇਰੀ ਮਦਦ ਕਰੋ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਹਿਣ ਲੱਗੇ, ਦਾਰਾਸ਼ਕੋ ਇਹ ਦੱਸ ਤੈਨੂੰ ਦੁਨੀਆ ਦੀ ਬਾਦਸ਼ਾਹੀ ਚਾਹੀਦੀ ਹੈ ਜਾਂ ਦੀਨ ਦੀ? ਦੀਨ ਕਹਿੰਦੇ ਨੇ ਦਰਗਾਹ ਨੂੰ। ਇਹ ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਦੀਨ ਦੀ ਪਾਤਸ਼ਾਹੀ ਬਖਸ਼ੋ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਕਹਿਣ ਲੱਗੇ, ਫਿਕਰ ਨਾ ਕਰ, ਹੁਣ ਇਹ ਬਾਦਸ਼ਾਹੀ ਮਿਲੇ ਚਾਹੇ ਨਾ ਮਿਲੇ ਤੇ ਦੀਨ ਦੀ ਪਾਤਸ਼ਾਹੀ ਤੇਰੀ ਪੱਕੀ ਹੈ। ਅਖੀਰ ਔਰੰਗਜ਼ੇਬ ਨੇ ਦਾਰਾਸ਼ਕੋ ਨੂੰ ਪਕੜ ਕੇ ਕਤਲ ਕੀਤਾ ਤੇ ਆਪ ਦਿੱਲੀ ਦੇ ਤਖਤ ਤੇ ਬੈਠਾ। ਕਹਿਣ ਲੱਗਾ ਗੁਰੂ ਮਹਾਰਾਜ ਨੂੰ, ਕਹਿੰਦਾ ਤੁਸੀਂ ਕਹਿੰਦੇ ਸੀ ਅਸੀਂ ਬਾਦਸ਼ਾਹ ਦਾਰਾਸ਼ਕੋ ਨੂੰ ਬਾਦਸ਼ਾਹੀ ਦਿਵਾਵਾਂਗੇ, ਪਰ ਉਹ ਤੇ ਮੈਂ ਮਾਰ ਸੁੱਟਿਆ। ਤੁਸੀਂ ਉਹਨੂੰ ਕਿਹੜੀ ਪਾਤਸ਼ਾਹੀ ਦਿੱਤੀ ਹੈ? ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਕੇ ਵੀ ਝੂਠ ਬੋਲਦੇ ਹੋ। ਤੁਸੀਂ ਆਖਿਆ ਸੀ ਅਸੀਂ ਉਹਨੂੰ ਪਾਤਸ਼ਾਹੀ ਦੇਵਾਂਗੇ, ਉਹ ਕਿਹੜੀ ਪਾਤਸ਼ਾਹੀ ਹੈ? ਉਹ ਤੇ ਮੈਂ ਮਾਰ ਦਿੱਤਾ, ਖਤਮ ਕਰ ਦਿੱਤਾ।